हाँ जी बेटा, आप लेसन पढ़ांगे सिक कंबस्टन एंड फ्लेम। बच्चों घरां दे विच असीं देखिया होएगा कि खाना बनाउण वास्ते सानूं किहदी लोड़ पैंदी है, फ्यूल दी लोड़ पैंदी है। ईवन इंडस्ट्रीज़ दे विच जां अपने व्हीकल्स जिहड़े ऑटोमोबाइल्स नूं चलाउण वास्ते किहदी लोड़ पैंदी है, फ्यूल दी लोड़ पैंदी है। घरां दे विच जिवें असीं खाना बनांदा पिंडां दे विच काऊ डंग यानी कि गोहे दीआं पाथियां, वुड, कोल, चारकोल ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਟੋਮੋਬਾਈਲਸ ਨੂੰ ਚਲਾਉਣ ਵਾਸਤੇ ਪੈਟਰੋਲ, ਡੀਜ਼ਲ ਜਾਂ ਸੀਐਨਜੀ ਕੰਪਰੈਸਡ ਨੈਚੁਰਲ ਗੈਸ ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਹੈ। ਸੀਐਨਜੀ ਦੀ ਫੁੱਲ ਫਾਰਮ ਕੀ ਹੈ? ਕੰਪਰੈਸਡ ਨੈਚੁਰਲ ਗੈਸ ਦਾ ਉਪਯੋਗ ਕੀਤਾ ਜਾਂਦਾ ਹੈ। ਔਰ ਘਰਾਂ ਦੇ ਵਿੱਚ ਜਿਹੜੇ ਅਸੀਂ ਖਾਣਾ ਬਣਾਉਣ ਵਾਸਤੇ ਸਿਲੰਡਰ ਯੂਜ਼ ਕਰਦੇ ਹਾਂ ਉਹਨਾਂ ਵਿੱਚ ਕਿਹੜੀ ਗੈਸ ਫਿਲ ਹੁੰਦੀ ਹੈ? ਐਲਪੀਜੀ। ਐਲਪੀਜੀ ਦੀ ਫੁੱਲ ਫਾਰਮ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ। ਉਹ ਅਸੀਂ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਕੈਂਡਲ ਹੈ ਉਹ ਇੱਕ ਫਲੇਮ ਨਾਲ ਚੱਲਦੀ ਹੈ, ਉਹਦੀ ਇੱਕ ਲਾਟ ਹੁੰਦੀ ਹੈ, ਪਰ ਜਦ ਕਿ ਕੋਇਲਾ ਹੈ ਉਹਦੀ ਲਾਟ ਨਹੀਂ ਹੁੰਦੀ, ਉਹ ਉਸ ਤਰ੍ਹਾਂ ਹੀ ਸੁਲਗਦਾ ਹੈ। ਵਟ ਇਜ਼ ਕੰਬਸ਼ਨ? ਕੰਬਸ਼ਨ ਕੀ ਹੈ? ਤੁਸੀਂ 7th ਕਲਾਸ 'ਚ ਬੇਟਾ ਪੜ੍ਹ ਕੇ ਆਏ ਹੋ। ਇੱਕ ਮੈਗਨੀਸ਼ੀਅਮ ਰਿਬਨ ਹੁੰਦਾ, ਅਗਰ ਅਸੀਂ ਉਹਨੂੰ ਜਲਾਉਂਦੇ ਹਾਂ ਤਾਂ ਉਹ ਕੀ ਬਣਾ ਦਿੰਦਾ ਹੈ? ਮੈਗਨੀਸ਼ੀਅਮ ਆਕਸਾਈਡ ਬਣਾ ਦਿੰਦਾ ਹੈ। ਨਾਲ ਕੀ ਪ੍ਰੋਡਿਊਸ ਕਰਦਾ ਹੈ? ਹੀਟ ਔਰ ਲਾਈਟ। ਇਹ ਦੇਖੋ ਪਿਕਚਰ ਦੇ ਵਿੱਚ ਤੁਸੀਂ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਜਲਾਉਂਦੇ ਹੋ ਤਾਂ ਵਾਈਟ ਕਲਰ ਦੀ ਲਾਈਟ ਫਾਰਮ ਹੁੰਦੀ ਹੈ ਉਹ, ਔਰ ਪਾਊਡਰ ਜਿਹੜਾ ਬਾਅਦ ਵਿੱਚ ਫਾਰਮ ਹੋ ਜਾਂਦਾ ਉਹ ਕੀ ਹੋ ਜਾਂਦਾ? ਮੈਗਨੀਸ਼ੀਅਮ ਆਕਸਾਈਡ ਦੇ ਵਿੱਚ। ਅਗਰ ਅਸੀਂ ਕੋਇਲਾ ਜਾਂ ਚਾਰਕੋਲ ਜਲਾਉਂਦੇ ਹਾਂ ਤਾਂ ਉਹ ਕੀ ਬਣਾ ਦਿੰਦੇ? ਕਾਰਬਨ ਡਾਈਆਕਸਾਈਡ ਬਣਾਉਂਦਾ ਹੈ, ਹੀਟ ਔਰ ਲਾਈਟ ਦਿੰਦਾ ਹੈ। ਇਹਦਾ ਮਤਲਬ ਜਦੋਂ ਵੀ ਕੋਈ ਸਬਸਟੈਂਸ ਬੇਟਾ ਜੀ ਬਰਨ ਹੁੰਦਾ ਹੈ ਤਾਂ ਉਹ ਕੀ ਪ੍ਰੋਡਿਊਸ ਕਰਦਾ ਹੈ? heat produce करता है। Chemical substance in which a substance react with oxygen to give heat is called combustion। ਜਦੋਂ ਵੀ ਕੋਈ substance ਜਲਦਾ ਹੈ ਹਵਾ ਦੇ ਵਿੱਚ ਤਾਂ ਉਸਨੂੰ ਕੀ ਕਹਿੰਦੇ ਆ? combustion। ਔਰ ਜਿਹੜਾ substance combustion ਕਰਦਾ ਹੈ ਉਸਨੂੰ ਕੀ ਕਹਿੰਦੇ ਆ? combustible। ਜਾਂ ਇਸਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ? fuel। fuel ਬੱਚਿਓ 3 ਤਰ੍ਹਾਂ ਦੇ ਨੇ, solid, liquid ਔਰ gas। ਸੋ ਮੈਗਨੀਸ਼ੀਅਮ ਤੇ ਰਿਬਨ ਜਿਹੜੇ ਅਸੀਂ ਹੁਣ ਪੜ੍ਹ ਕੇ ਆ ਚੁੱਕੇ ਹਾਂ ਇਹ ਜਲਦੇ ਨੇ, ਇਸ ਕਰਕੇ ਉਸਨੂੰ ਕੀ ਕਹਿੰਦੇ ਆ? ਕੰਬਸਟੀਬਲ ਸਬਸਟੈਂਸ। ਨੈਕਸਟ ਅਸੀਂ ਦੇਖਦੇ ਹਾਂ ਟੇਬਲ ਵੱਲ। ਕੁਝ ਮਟੀਰੀਅਲ ਨੇ ਬੇਟਾ ਜਿਹੜੇ ਕੰਬਸਟੀਬਲ ਨੇ ਤੇ ਕੁਝ ਜਿਹੜੇ ਨੇ ਨਾਨ ਕੰਬਸਟੀਬਲ ਨੇ। ਇਹ ਤੁਸੀਂ ਹੋਰ ਵੀ ਇਹਨਾਂ ਦੀ ਜਿਹੜੀ ਹੈ ਲਿਖ ਸਕਦੇ ਹੋ ਟੇਬਲ ਦੇ ਵਿੱਚ। ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਵੁੱਡ, ਪੇਪਰ, ਕੈਰੋਸਿਨ ਆਇਲ, ਸਟ੍ਰॉ, ਚਾਰਕੋਲ, ਮੈਸਟਿਕ। ਇਹ ਜਿਹੜੇ ਨੇ ਕੰਬਸਟੀਬਲ ਸਬਸਟੈਂਸ ਨੇ, ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਔਰ ਇਹਨਾਂ ਵਿੱਚੋਂ ਆਇਰਨ ਨੇ ਯਾਨੀ ਕਿ ਲੋਹੇ ਦੀਆਂ ਗਿੱਲਾਂ, ਸਟੋਨ ਪੀਸ, ਇਹਨਾਂ ਨੂੰ ਅੱਗ ਨਹੀਂ ਲੱਗਦੀ। ਸੋ ਇਹ ਕੀ ਨੇ? ਨੌਨ ਕੰਬਸਟੀਬਲ ਸਬਸਟੈਂਸ। ਆਪਾਂ ਇੱਕ ਐਕਟੀਵਿਟੀ ਕਰਦੇ ਹਾਂ ਹੁਣ। ਇਹ 3 ਅਸੀਂ ਕੈਂਡਲਸ ਲਿੱਤੀਆਂ ਨੇ। ਫਰਸਟ ਵਾਲੇ ਦੇ ਵਿੱਚ ਆਪਾਂ ਚਿਮਨੀ ਜਿਹੜੀ ਹੈ ਬਲੌਕਸ ਦੇ ਉੱਤੇ ਰੱਖਿਆ ਹੈ ਔਰ ਤਾਂ ਕਿ ਇਹਦੇ ਵਿੱਚੋਂ ਜਿਹੜੀ ਹੈ ਹਵਾ ਅੰਦਰ ਜਾ ਸਕੇ। ਸੈਕਿੰਡ ਦੇ ਵਿੱਚ ਅਸੀਂ ਬਲੌਕਸ ਨਹੀਂ ਰੱਖੇ, ਥਰਡ ਦੇ ਵਿੱਚ ਵੀ ਬਲੌਕ ਨਹੀਂ ਰੱਖੇ, ਰਾਦਰ ਉਹਦੇ ਉੱਤੇ ਆਪਾਂ ਕਵਰ ਕਰ ਦਿੱਤਾ ਹੈ। ਤਾਂ ਤਿੰਨੋਂ ਕੇਸਿਸ 'ਚ ਦੇਖ ਰਹੇ ਹੋ ਤੁਸੀਂ ਫਰਸਟ ਵਾਲੇ ਦੇ ਵਿੱਚ ਜਿਹੜੀ ਕੈਂਡਲ ਹੈ ਉਹ ਜਲ ਰਹੀ ਹੈ। ਕਿਉਂ ਜਲ ਰਹੀ ਹੈ? ਕਿਉਂਕਿ ਜਲਣ ਵਾਸਤੇ ਕਿਹਦੀ ਲੋੜ ਹੈ? ਆਕਸੀਜਨ ਦੇ ਵਿੱਚ। ਇਹਦੇ ਵਿੱਚ ਆਕਸੀਜਨ ਇਹ ਥੋੜੀ ਦੇਰ ਚੱਲੀ ਜਿੰਨੀ ਦੇਰ ਤੱਕ ਇਹਦੇ 'ਚ ਆਕਸੀਜਨ ਸੀ, ਦੈਨ ਉਸ ਤੋਂ ਬਾਅਦ ਇਹ ਬੰਦ ਹੋ ਗਈ। ਥਰਡ ਜਿਹੜੀ ਹੈ ਬਿਲਕੁਲ ਨਹੀਂ ਜਲੀ ਕਿਉਂਕਿ ਇਹਦੇ ਵਿੱਚ ਆਕਸੀਜਨ ਜਿਹੜੀ ਹੈ ਨਹੀਂ ਆਈ। ਸੋ ਬਲਣ ਵਾਸਤੇ ਕਿਹਦੀ ਲੋੜ ਪੈਂਦੀ ਹੈ ਬੱਚੋ? 에ਅਰ ਦੀ ਲੋੜ ਪੈਂਦੀ ਹੈ। 에ਅਰ ਤੋਂ ਬਿਨਾ ਜਿਹੜੀ ਹੈ ਜਿਹੜੀ ਫਲੇਮ ਹੈ ਸਾਡੀ ਨਹੀਂ ਜਲਦੀ। ਇੱਕ ਇੱਥੇ ਟ੍ਰਾਇੰਗਲ ਯਾਦ ਰੱਖਣਾ ਹੈ ਕਿ ਜਿਸ ਤਰ੍ਹਾਂ ਟ੍ਰਾਇੰਗਲ ਨੂੰ ਬਣਾਉਣ ਲਈ 3 ਚੀਜ਼ਾਂ ਦੀ ਲੋੜ ਪੈਂਦੀ ਹੈ, 3 ਲਾਈਨਾਂ ਦੀ ਲੋੜ ਪੈਂਦੀ ਹੈ, ਉਸੇ ਤਰੀਕੇ ਨਾਲ ਟ੍ਰਾਇੰਗਲ ਫਾਇਰ ਉਦੋਂ ਹੀ ਚੱਲੇਗੀ ਜਦੋਂ ਉਹਨੂੰ ਆਕਸੀਜਨ ਮਿਲੇਗੀ, ਹੀਟ ਮਿਲੇਗੀ ਔਰ ਫਿਊਲ ਮਿਲੇਗੀ। ਯਾਨੀ ਕਿ ਚੱਲਣ ਵਾਸਤੇ ਕੋਈ ਸਬਸਟੈਂਸ, ਉਹਨੂੰ ਅੱਗ ਲਗਾਉਣ ਵਾਸਤੇ ਕੋਈ ਸਬਸਟੈਂਸ ਤੇ ਹਵਾ ਦਾ ਹੋਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ। ਸੋ ਦਿਸ ਇਜ਼ ਅ ਫਾਇਰ ਟ੍ਰਾਇੰਗਲ। 3 ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਸੁਣਿਆ ਹੋਵੇਗਾ ਕਿ ਕਈ ਵਾਰ ਜਦੋਂ ਕਿਸੇ ਆਦਮੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਨੂੰ ਅਸੀਂ ਕਿਹਦੇ ਨਾਲ ਕਵਰ ਕਰ ਦਿੰਦੇ ਹਾਂ? ਇੱਕ ਬਲੈਂਕਟ ਦੇ ਨਾਲ, ਤੇ ਜਿਹੜੀ ਅੱਗ ਹੈ ਬੁਝ ਜਾਂਦੀ ਹੈ। ਕਿਉਂ ਅੱਗ ਬੁਝ ਜਾਂਦੀ ਹੈ? ਕਿਉਂਕਿ ਜਦੋਂ
ਬਲੈਂਕਟ ਅਸੀਂ ਪਾਉਂਦੇ ਹਾਂ ਤਾਂ ਉਹਦੇ ਵਿੱਚ ਆਕਸੀਜਨ ਦੀ ਜਿਹੜੀ ਹੈ ਸਪਲਾਈ ਹੈ ਉਹ ਬੰਦ ਹੋ ਜਾਂਦੀ ਹੈ, ਜਿਸ ਕਰਕੇ ਜਿਹੜੀ ਹੈ ਅੱਗ ਬੁਝ ਜਾਂਦੀ ਹੈ। ਅਗਰ ਕਦੀ ਵੀ ਕਿਸੇ ਪਰਸਨ ਦੇ ਕੱਪੜਿਆਂ ਨੂੰ ਅੱਗ ਲੱਗ ਜੇ ਤਾਂ ਉਹਦੇ ਤੇ ਕੋਈ ਮੋਟਾ ਕੱਪੜਾ ਜਾਂ ਮੋਟਾ ਬਲੈਂਕਟ ਜਿਹੜਾ ਹੈ ਪਾ ਦਿੱਤਾ ਜਾਵੇ ਤਾਂ ਜਿਹੜੀ ਅੱਗ ਹੈ ਉਹ ਬੁਝ ਜਾਂਦੀ ਹੈ। ਪਰ ਤੁਸੀਂ ਦੇਖਿਆ ਜਾਂ ਸੁਣਿਆ ਹੋਵੇਗਾ, ਕਈ ਵਾਰ ਟੀਵੀ ਤੇ ਵੀ ਦੇਖਿਆ ਹੋਵੇਗਾ ਕਿ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਜੰਗਲਾਂ ਦੇ ਵਿੱਚ ਅੱਗ ਕਿਵੇਂ ਲੱਗ ਜਾਂਦੀ ਹੈ? ਕਿਉਂਕਿ ਜਦੋਂ ਪੱਤੇ ਝੜ ਕੇ ਸੁੱਕ ਜਾਂਦੇ ਹਨ ਤਾਂ ਸੂਰਜ ਦੀ ਗਰਮੀ ਦੇ ਨਾਲ ਗਰਮ ਹੋ ਜਾਂਦੇ ਹਨ, ਤਾਂ ਉਹ ਕੀ ਕਰਦੇ ਨੇ, ਅੱਗ ਫੜ ਲੈਂਦੇ ਨੇ। ਔਰ ਕਈ ਵਾਰ ਅਸੀਂ ਕੋਈ ਘੁੰਮਣ ਫਿਰਨ ਜਾਂਦਾ ਹੈ ਤਾਂ ਉਹ ਚੀਜ਼ ਜਿਹੜੀ ਹੈ ਛੱਡ ਜਾਂਦੇ ਨੇ, ਕੈਂਪ ਫਾਇਰਸ ਕਰਦੇ ਹੋਏ ਛੱਡ ਜਾਂਦੇ ਨੇ, ਤਾਂ ਜੰਗਲਾਂ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਕੰਟਰੋਲ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਗ ਕਿਉਂ ਲੱਗਦੀ ਹੈ? ਦੇਖੋ, ਤੁਸੀਂ ਸੁਣਿਆ ਹੋਵੇਗਾ ਕਿ ਸੁੱਕੀਆਂ ਲੱਕੜਾਂ ਨੂੰ ਅੱਗ ਫਟਾਫਟ ਲੱਗ ਜਾਂਦੀ ਹੈ, ਪਰ ਗਿੱਲੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ, ਕਿਉਂਕਿ ਅੱਗ ਨੂੰ ਕਿਸੇ ਚੀਜ਼ ਨੂੰ ਜਲਣ ਵਾਸਤੇ ਉਹਦਾ ਇਗਨੀਸ਼ਨ ਟੈਂਪਰੇਚਰ ਯਾਨੀ ਕਿ ਤਾਪਮਾਨ ਉਹ ਹੋਣਾ ਚਾਹੀਦਾ ਹੈ। The lowest temperature which substance catches fire is called its ignition temperature। ਉਹ ਮਿਨੀਮਮ ਟੈਂਪਰੇਚਰ, ਉਹ ਘੱਟ ਤੋਂ ਘੱਟ ਤਾਪਮਾਨ ਜਿਹਦੇ ਵਿੱਚ ਸਬਸਟੈਂਸ ਫਾਇਰ ਪਕੜ ਲੈਂਦਾ ਹੈ, ਅਸੀਂ ਉਸ ਨੂੰ ਕੀ ਕਹਿੰਦੇ ਆ, ਇਗਨੀਸ਼ਨ ਟੈਂਪਰੇਚਰ। ਅਗਰ ਅਸੀਂ ਮੈਚ ਸਟਿਕ ਨੂੰ ਜਾਂ ਕਿ ਮਾਚਿਸ ਦੀ ਤੀਲੀ ਉਸ ਤਰ੍ਹਾਂ ਪਈ ਰਹਿੰਦੀ ਹੈ ਤਾਂ ਉਹਨੂੰ ਅੱਗ ਨਹੀਂ ਫੜਦੀ, ਪਰ ਜਦੋਂ ਅਸੀਂ ਉਸ ਨੂੰ ਰਗੜਦੇ ਹਾਂ ਮੈਚ ਬਾਕਸ ਤੇ ਤਾਂ ਉਹ ਅੱਗ ਫੜ ਲੈਂਦੀ ਹੈ। ਇਹਦੇ ਮੈਚ ਸਟਿਕ ਦੇ ਵਿੱਚ ਕੀ ਹੁੰਦਾ ਹੈ, ਆਪਾਂ ਉਹ ਥੋੜਾ ਜਿਹਾ ਪੜ੍ਹ ਲੈਂਦੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਣਿਆ ਸੀਗਾ, ਉਹਦੇ ਵਿੱਚ ਐਂਟੀਮਨੀ ਟ੍ਰਾਈਸਲਫਾਈਡ ਪੋਟਾਸ਼ੀਅਮ ਕਲੋਰੇਟ ਕਿਹਦੇ ਨਾਲ ਮਿਕਸ ਹੁੰਦਾ ਹੈ, ਵਾਈਟ ਫਾਸਫੋਰਸ ਦੇ ਨਾਲ, ਔਰ ਕੁਝ ਗਲੂ ਤੇ ਸਟਾਰਚ ਹੁੰਦੀ ਹੈ ਜਿਹੜੀ ਕਿ ਆਪਾਂ ਹੈਡ ਤੇ ਲਗਾਈ ਜਾਂਦੀ ਹੈ, ਜਾਨੀ ਕਿ ਮਾਚਿਸ ਦੀ ਤਿੱਲੀ ਦੇ ਉੱਤੇ ਜਿਹੜਾ ਮਸਾਲਾ ਲੱਗਾ ਹੁੰਦਾ ਹੈ ਉਹ ਲਗਾਇਆ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਕਿਸੇ ਰਫ ਸਰਫੇਸ ਦੇ ਵਿੱਚ ਜਿਹਦੇ ਤੇ ਵਾਈਟ ਫਾਸਫੋਰਸ ਹੋਵੇ ਉਹਦੇ ਨਾਲ ਰਗੜਦੇ ਹਾਂ ਤਾਂ ਉਹਨੂੰ ਕੀ ਲੱਗ ਜਾਂਦੀ ਹੈ, ਉਹਨਾਂ ਹੀਟ ਪ੍ਰੋਡਿਊਸ ਹੁੰਦੀ, ਹੀਟ ਦੇ ਨਾਲ ਜਿਹੜੀ ਹੈ ਉਸਨੂੰ ਅੱਗ ਲੱਗ ਜਾਂਦੀ ਹੈ। ਪਰ ਅੱਜ ਕੱਲ ਜਿਹੜੀ ਅਸੀਂ ਮਾਚਿਸ ਦੀਆਂ ਤਿੱਲੀਆਂ ਦੇ ਵਿੱਚ ਕੀ ਯੂਜ਼ ਕਰ ਰਹੇ ਹਾਂ, ਐਂਟੀਮਨੀ ਟ੍ਰਾਈਸਲਫਾਈਡ ਤੇ ਪੋਟਾਸ਼ੀਅਮ ਕਲੋਰੇਟ, ਔਰ ਇਸ ਨੂੰ ਕਿਹਦੇ ਪਾਊਡਰ ਦੇ ਨਾਲ ਜਿਹਦੇ ਤੇ ਆਪਾਂ ਰਗੜਦੇ ਹਾਂ ਉਹਦੇ ਤੇ ਕੀ ਲੱਗਿਆ ਹੁੰਦਾ, ਗਲਾਸ ਦੇ ਲਿਟਲ ਰੈਡ ਫਾਸਫੋਰਸ ਹੁੰਦਾ ਹੈ, ਜਿਹੜਾ ਕਿ ਥੋੜਾ ਪਹਿਲੇ ਵਾਲੇ ਨਾਲੋਂ ਡੇਂਜਰਸ ਘੱਟ ਹੁੰਦਾ ਹੈ ਤੇ ਉਹਦੇ ਨਾਲ ਕੀ ਲੱਗ ਜਾਂਦੀ ਹੈ, ਅੱਗ ਲੱਗ ਜਾਂਦੀ ਹੈ। ਅੱਗ ਲੱਗਣ ਵਾਸਤੇ ਸਾਨੂੰ ਇਗਨੀਸ਼ਨ ਟੈਂਪਰੇਚਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਇੱਕ ਐਕਟੀਵਿਟੀ ਹੈ। ਅਗਰ ਤੁਸੀਂ ਇੱਕ ਪੇਪਰ ਕੱਪ ਬਣਾਓ, ਦੋ ਪੇਪਰ ਕੱਪ ਬਣਾਓ, ਇੱਕ ਪੇਪਰ ਕੱਪ ਦੇ ਵਿੱਚ ਤੁਸੀਂ ਥੋੜਾ ਪਾਣੀ ਪਾਓ ਤੇ ਉਹਨੂੰ ਹੀਟ ਕਰਨਾ ਸ਼ੁਰੂ ਕਰੋ ਵਿਦ ਦੀ ਹੈਲਪ ਆਫ ਕੈਂਡਲ, ਤਾਂ ਤੁਸੀਂ ਦੇਖੋਗੇ ਕਿ ਜਿਹਦੇ ਵਿੱਚ ਪਾਣੀ ਪਾਇਆ ਹੈ ਈਵਨ ਉਹ ਉਬਲਣ ਵੀ ਲੱਗ ਪੈਂਦਾ ਹੈ, ਪਰ ਉਸ ਪੇਪਰ ਨੂੰ ਅੱਗ ਨਹੀਂ ਲੱਗਦੀ। ਪਰ ਜਿਹਦੇ ਵਿੱਚ ਤੁਸੀਂ ਪਾਣੀ ਨਹੀਂ ਪਾਇਆ ਉਸ ਪੇਪਰ ਕੱਪ ਨੂੰ ਅੱਗ ਲੱਗ ਜਾਂਦੀ ਹੈ। ਕਾਰਨ ਕੀ ਹੈ ਕਿ ਜਦੋਂ ਪੇਪਰ ਗਿੱਲਾ ਹੋ ਜਾਂਦਾ ਹੈ ਤਾਂ ਉਹਦਾ ਇਗਨੀਸ਼ਨ ਟੈਂਪਰੇਚਰ ਜਿਹੜਾ ਹੈ ਪਹਿਲੇ ਕੱਪ ਦੇ ਨਾਲੋਂ ਫਰਕ ਹੋ ਜਾਂਦਾ ਹੈ, ਜਿਸ ਕਰਕੇ ਵਾਟਰ ਜਿਹਦੇ ਚ ਪਾਇਆ ਹੈ ਉਸਨੂੰ ਅੱਗ ਨਹੀਂ ਲੱਗਦੀ। ਅੱਗ ਜਦੋਂ ਕਿਸੇ ਥਾਂ ਤੇ ਬੱਚੇ ਲੱਗ ਜਾਂਦੀ ਹੈ ਤਾਂ ਉਸ ਨੂੰ ਬੁਝਾਉਣ ਵਾਸਤੇ ਫਾਇਰ ਐਕਸਟੈਂਸ਼ਨ ਫਾਇਰਮੈਨ ਬੁਲਾਏ ਜਾਂਦੇ ਹਨ, ਤਾਂ ਉਹ ਕਿਹਦੀ ਹੈਲਪ ਦੇ ਨਾਲ, ਪ੍ਰੈਸ਼ਰ, ਪਾਣੀ ਦੇ ਪ੍ਰੈਸ਼ਰ ਦੇ ਨਾਲ ਜਿਹੜੀ ਹੈ ਅੱਗ ਨੂੰ ਬੁਝਾਉਂਦੇ ਨੇ। Substance which have very low ignition temperature and can easily catch fire with the flame are called inflammable substance। ਇਹ ਡੈਫੀਨੇਸ਼ਨ ਆ ਸਕਦੀ ਹੈ। Inflammable substance ਕੀ ਹੈ? ਜਿੰਨਾ substances ਦਾ ਇਗਨੀਸ਼ਨ ਟੈਂਪਰੇਚਰ ਘੱਟ ਹੋਏਗਾ ਤੇ ਉਹ ਜਲਦੀ ਹੀ ਕੈਚ ਕਰ ਲੈਣਗੇ ਫਾਇਰ, ਜਿਸ ਤਰ੍ਹਾਂ ਕਿ ਪੈਟਰੋਲ ਹੈ, ਅਲਕੋਹਲ ਹੈ, LPG ਹੈ, ਇਹਨਾਂ ਨੂੰ ਬੜੀ ਹੀ ਜਲਦੀ ਅੱਗ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਨੇ, ਡੀਜ਼ਲ ਹੈ, ਕੈਰੋਸੀਨ ਆਇਲ ਹੈ, ਇਹਨਾਂ ਨੂੰ ਜਲਦੀ ਅੱਗ ਲੱਗ ਜਾਂਦੀ ਹੈ। ਨੈਕਸਟ ਆ ਗਿਆ, ਹਾਊ ਡੂ ਵੀ ਕੰਟਰੋਲ ਫਾਇਰ। ਬੇਟਾ ਆਪਾਂ ਪਿੱਛੇ ਪੜ੍ਹਿਆ ਹੈ ਕਿ ਅੱਗ ਨੂੰ ਜਲਣ ਵਾਸਤੇ ਕਿਹਦੀ ਲੋੜ ਹੈ, ਫਿਊਲ ਦੀ ਲੋੜ ਹੈ, ਆਕਸੀਜਨ ਦੀ ਲੋੜ ਹੈ,
ਔਰ ਹੀਟ ਦੀ ਲੋੜ ਹੈ। ਅਗਰ ਬੇਟਾ ਜੀ ਅੱਗ ਕਿਤੇ ਲੱਗ ਜਾਂਦੀ ਹੈ ਤਾਂ ਸਾਡਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਕਿ ਉਹ ਜਿਹੜਾ ਹੈ ਫਿਊਲ ਜਿਹੜਾ ਹੈ ਉਤੋਂ ਉਹਦੀ ਕੱਟ ਆਫ ਹੋਵੇ, ਠੀਕ। ਨਹੀਂ ਤਾਂ ਅਸੀਂ ਉਸਨੂੰ ਉਹਦਾ ਟੈਂਪਰੇਚਰ ਘਟਾ ਸਕਦੇ ਹਾਂ। ਕਿਹਦੇ ਨਾਲ ਘਟਾ ਸਕਦੇ ਹਾਂ? ਪਾਣੀ ਪਾ ਕੇ, ਪਾਣੀ ਦਾ ਛਿੜਕਾਅ ਕਰਕੇ ਅਸੀਂ ਅੱਗ ਨੂੰ ਬੁਝਾ ਸਕਦੇ ਹਾਂ। ਅਗਰ ਅੱਗ ਜਿਹੜੀ ਹੈ ਤੇਲ ਨਾਲ ਜਾਂ ਇਲੈਕਟ੍ਰਿਸਿਟੀ ਦੇ ਨਾਲ ਲੱਗੀ ਹੈ ਤਾਂ ਅਸੀਂ ਪਾਣੀ ਦਾ ਉਪਯੋਗ ਬਿਲਕੁਲ ਨਹੀਂ ਕਰਨਾ, ਕਿਉਂਕਿ ਬਿਜਲੀ ਦੇ ਨਾਲ ਲੱਗੀ ਹੋਈ ਅੱਗ ਪਾਣੀ ਦੇ ਨਾਲ ਨਹੀਂ ਬੁਝਾਈ ਜਾਂਦੀ, ਕਿਉਂਕਿ ਜਿਹੜਾ ਹੈ ਪਾਣੀ ਹੈ ਗੁੱਡ ਕੰਡਕਟਰ ਹੈ ਆਪਣਾ ਇਲੈਕਟ੍ਰਿਸਿਟੀ ਦਾ, ਤਾਂ ਸਾਨੂੰ ਕਰੰਟ ਲੱਗ ਸਕਦਾ ਹੈ, ਸ਼ੌਕ ਲੱਗ ਸਕਦਾ ਹੈ। ਇਸ ਕਰਕੇ ਅਸੀਂ ਉਸਨੂੰ ਸੈਂਡ ਦੇ ਨਾਲ ਜਾਂ ਫਾਇਰ ਐਕਸਟਿੰਗਸ਼ਨ ਜਿਹੜੇ ਕਿ ਤੁਸੀਂ ਦੇਖੇ ਹੋਣਗੇ ਉਹਨਾਂ ਵਿੱਚ ਘਰਾਂ ਦੇ ਵਿੱਚ ਲੱਗੇ ਹੁੰਦੇ ਨੇ। ਇਹ ਦੇਖੋ ਫਾਇਰ ਐਕਸਟਿੰਗਸ਼ਨ, ਇਹਨਾਂ ਵਿੱਚ ਕੀ ਹੁੰਦਾ ਹੈ? ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਫਿਲ ਹੁੰਦੀ ਹੈ। ਪਾਣੀ, ਆਇਲ ਔਰ ਬਿਜਲੀ ਨਾਲ ਲੱਗੀ ਹੋਈ ਅੱਗ ਅਸੀਂ ਇਹਦੇ ਨਾਲ ਬੁਝਾ ਸਕਦੇ ਹਾਂ, ਕਿਉਂਕਿ ਪਾਣੀ ਜਿਹੜਾ ਹੈ ਉਹਦੇ ਤੇ ਆਇਲ ਤੇ ਜਿਹੜਾ ਹੈ ਤੈਰ ਕੇ ਆ ਜਾਂਦਾ ਹੈ, ਜਿਸ ਨਾਲ ਜਿਹੜੀ ਅੱਗ ਹੈ ਉਹ ਫੈਲ ਸਕਦੀ ਹੈ। ਇਸ ਕਰਕੇ ਇਹਨਾਂ ਕਾਰਬਨ ਡਾਈਆਕਸਾਈਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇੱਕ ਵਧੀਆ ਅੱਗ ਬੁਝਾਊ ਯੰਤਰ ਹੈ। ਕਾਰਬਨ ਡਾਈਆਕਸਾਈਡ ਜਿਹੜੀ ਹੈ ਆਕਸੀਜਨ ਤੋਂ ਹੈਵੀ ਹੁੰਦੀ ਹੈ, ਇਸ ਕਰਕੇ ਉਹ ਕਿਹਦਾ ਕੰਮ ਕਰਦੀ ਹੈ? ਇੱਕ ਬਲੈਂਕਟ ਦਾ, ਕੰਬਲ ਦਾ ਕੰਮ ਕਰਦੀ ਹੈ ਤੇ ਜਿਹਦੇ ਨਾਲ ਅੱਗ ਬੁਝ ਜਾਂਦੀ ਹੈ। ਜਿਹੜੀ ਕਾਰਬਨ ਡਾਈਆਕਸਾਈਡ ਹੈ ਅਸੀਂ ਹਾਈ ਪ੍ਰੈਸ਼ਰ ਨਾਲ ਅਸੀਂ ਇਹਨਾਂ ਸਿਲੰਡਰਾਂ ਦੇ ਵਿੱਚ ਜਿਹੜੀ ਹੈ ਸਟੋਰ ਕਰਦੇ ਹਾਂ ਤੇ ਅੱਗ ਬੁਝਾਉਣ ਦੇ ਵਿੱਚ ਕੰਮ ਕਰਦੇ ਹਾਂ। ਤੇ ਜਦੋਂ ਇਸ ਨੂੰ ਸਪਰੇਅ ਕੀਤਾ ਜਾਂਦਾ ਇਹਦੇ ਵਿੱਚ ਡਰਾਈ ਪਾਊਡਰ ਕਿਹੜਾ ਹੁੰਦਾ ਹੈ? ਸੋਡੀਅਮ ਬਾਈਕਾਰਬੋਨੇਟ ਜਾਂ ਪੋਟਾਸ਼ੀਅਮ ਬਾਈਕਾਰਬੋਨੇਟ ਦਾ ਹੁੰਦਾ ਹੈ। ਹੁਣ ਆਪਾਂ ਪੜਾਂਗੇ ਟਾਈਪਸ ਆਫ ਕੰਬਸਸ਼ਨ। ਕੰਬਸਸ਼ਨ ਦੀਆਂ ਕਿੰਨੀਆਂ, ਬਾਲਣ ਦੀਆਂ ਕਿੰਨੀਆਂ ਕਿਸਮਾਂ ਨੇ? 3 ਕਿਸਮਾਂ ਨੇ, 3 ਟਾਈਪਸ ਨੇ ਬੇਟਾ। ਰੈਪਿਡ ਕੰਬਸਸ਼ਨ, ਸਪੋਂਟੇਨੀਅਸ ਕੰਬਸਸ਼ਨ ਤੇ ਐਕਸਪਲੋਸਿਵ ਕੰਬਸਸ਼ਨ। ਰੈਪਿਡ ਤੇਜ਼ ਕੰਬਸਸ਼ਨ ਕਿਹੜਾ ਹੈ? ਜਦੋਂ ਗੈਸ ਬਰਨ ਕਰਦੀ, ਜਲਦੀ ਦੇ ਨਾਲ ਹੀਟ ਪ੍ਰੋਡਿਊਸ ਕਰਦੀ, ਲਾਈਟ ਪ੍ਰੋਡਿਊਸ ਕਰਦੀ ਹੈ, ਉਸਨੂੰ ਆਪਾਂ ਕੀ ਕਹਿੰਦੇ ਆ? ਰੈਪਿਡ ਕੰਬਸਸ਼ਨ। ਇਹਦੀ ਐਗਜ਼ਾਮਪਲ ਹੈ ਬੇਟਾ ਜੀ ਫਾਸਫੋਰਸ। ਇਹ ਇਵਨ ਰੂਮ ਟੈਂਪਰੇਚਰ ਤੇ ਵੀ ਜਿਹੜੀ ਹੈ ਜਲਣ ਲੱਗ ਪੈਂਦਾ ਹੈ। ਨੈਕਸਟ ਆ ਗਿਆ ਸਪੋਂਟੇਨੀਅਸ, ਜਿਹੜਾ ਸਡਨਲੀ ਬਰਸਟ ਕਰੇ ਫਲੇਮ ਦੇ ਵਿੱਚ, ਉਸਨੂੰ ਆਪਾਂ ਕੀ ਕਹਿੰਦੇ ਆ? ਸਪੋਂਟੇਨੀਅਸ combustion. Spontaneous combustion, coal dust has resulted many disaster fires in coal mines due to heat of the sun or due to lightning strike। ਕਈ ਵਾਰੀ ਬਿਜਲੀ ਚਮਕਣ ਦੇ ਨਾਲ ਜਾਂ sun ਦੀ ਹੀਟ ਦੇ ਨਾਲ ਜਿਹੜੀ ਹੈ ਅੱਗ ਜਿਹੜੀ ਹੈ ਲੱਗ ਜਾਂਦੀ ਹੈ। ਨੈਕਸਟ ਥਰਡ ਜਿਹੜਾ ਹੈ ਐਕਸਪਲੋਜਨ। ਜਦੋਂ ਅਸੀਂ ਪਟਾਕੇ ਜਾਂ ਕਰੈਕਰ ਨੂੰ ਜਲਾਉਂਦੇ ਹਾਂ ਤਾਂ ਇੱਕਦਮ ਇੰਨੀ ਹੀਟ ਔਰ ਲਾਈਟ ਔਰ ਸਾਊਂਡ ਪ੍ਰੋਡਿਊਸ ਹੁੰਦੀ ਹੈ, ਤਾਂ ਉਹ ਕਿਹੜੀ ਟਾਈਪ ਆ ਗਈ ਸਾਡੀ? ਐਕਸਪਲੋਜਨ ਦੀ। ਪ੍ਰੈਸ਼ਰ ਦੇ ਨਾਲ ਜਿਹੜੀ ਹੈ ਪਟਾਕਾ ਜਿਹੜਾ ਹੈ ਉਹ ਚੱਲਦਾ ਹੈ। ਸੋ ਇੱਥੇ ਤੁਸੀਂ ਐਗਜ਼ਾਮਪਲ ਦੇਖ ਰਹੇ ਹੋ, ਰੈਪਿਡ ਕੰਬਸਸ਼ਨ, ਸਪੋਂਟੇਨੀਅਸ ਕੰਬਸਸ਼ਨ ਔਰ ਐਕਸਪਲੋਜਨ। ਜਿਵੇਂ ਪਟਾਕੇ ਜਦੋਂ ਚੱਲਦੇ ਨੇ ਬੜੇ ਹਾਈ ਪ੍ਰੈਸ਼ਰ ਦੇ ਨਾਲ ਸਾਊਂਡ ਵੀ ਪ੍ਰੋਡਿਊਸ ਕਰਦੇ ਨੇ, ਲਾਈਟ ਵੀ ਪ੍ਰੋਡਿਊਸ ਕਰਦੇ ਨੇ ਤੇ ਹੀਟ ਵੀ ਪ੍ਰੋਡਿਊਸ ਕਰਦੇ ਹਨ। ਇਹ ਤੁਸੀਂ ਦੇਖ ਰਹੇ ਹੋ ਕੈਂਡਲ, ਡਿਫਰੈਂਟ ਜ਼ੋਨਸ ਨੇ। ਇੱਕ ਦੇ ਵਿੱਚ ਫਰਸਟ ਦਿਖਾਇਆ ਹੈ ਆਊਟਰ ਜ਼ੋਨ ਆਫ ਕੰਪਲੀਟ ਕੰਬਸਸ਼ਨ, ਜਿਹੜੀ ਕਿ ਬਲੂ ਕਲਰ ਦੀ ਹੁੰਦੀ ਹੈ। ਮਿਡਲ ਜਿਹਦੇ ਵਿੱਚ ਪਾਰਸ਼ਲ ਥੋੜਾ ਜਿਹਾ ਬਾਲਣ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਯੈਲੋ। ਔਰ ਤੀਸਰਾ ਜਿਹੜਾ ਹੈ ਉਹ ਹੈ ਇਨਰ ਮੋਸਟ ਜ਼ੋਨ, ਜਿਹਦੇ ਵਿੱਚ ਵੇਪਰਸ ਕਿਹੜੇ ਕਲਰ ਦੇ ਆਉਂਦੇ ਨੇ? ਬਲੈਕ ਕਲਰ ਦੇ। ਸੋ ਕੈਂਡਲ ਦੇ ਫਲੇਮ ਦੇ ਕਿੰਨੇ ਪਾਰਟਸ ਨੇ? 3, ਆਊਟਰ, ਮਿਡਲ ਐਂਡ ਇਨਰ। ਆਊਟਰ ਬਲੂ, ਮਿਡਲ ਯੈਲੋ, ਥਰਡ ਬਲੈਕ। ਇਹਦੇ ਵਿੱਚ ਕੰਬਸਸ਼ਨ ਬਿਲਕੁਲ ਕੰਪਲੀਟ ਹੁੰਦਾ ਹੈ। ਇਹ ਸਭ ਤੋਂ ਹੋਟੈਸਟ ਪਾਰਟ ਹੈ। ਸੈਕਿੰਡ ਜਿਹੜਾ ਹੈ ਇਹ ਮਿਡਲ ਜ਼ੋਨ ਹੈ, ਮੋਡਰੇਟਲੀ ਹੌਟ ਹੁੰਦਾ ਹੈ। ਔਰ ਸਭ ਤੋਂ ਲੋਐਸਟ ਜਿਹੜਾ ਹੈ ਉਹ ਗਰਮ ਕਿਹੜਾ ਹੁੰਦਾ ਹੈ? ਇਨਰ ਮੋਸਟ, ਜਿਹੜਾ ਸਭ ਤੋਂ ਘੱਟ ਗਰਮ ਹੁੰਦਾ ਹੈ। ਇਸ ਨੂੰ ਆਪਾਂ
ਇਨਰਮੋਸਟ ਜ਼ੋਨ ਕਹਿੰਦੇ ਹਾਂ। ਤੁਸੀਂ ਇੱਕ ਕੈਂਡਲ ਦੀ ਫਲੇਮ ਦੇਖ ਰਹੇ ਹੋ, ਬਲੂ ਕਲਰ, ਯੈਲੋ ਕਲਰ ਔਰ ਸਭ ਤੋਂ ਜਿਹੜੀ ਅੰਦਰਲੀ ਆ ਉਸ ਨੂੰ ਆਪਾਂ ਕੀ ਕਹਿੰਦੇ ਨੇ, ਬਲੈਕ ਕਲਰ ਦੀ ਹੁੰਦੀ ਹੈ। ਇਹ ਤੁਸੀਂ ਤਿੰਨੋਂ ਲੇਅਰਸ ਦੇਖ ਰਹੇ ਹੋ, ਬਲੂ ਜ਼ੋਨ, ਡਾਰਕ ਜ਼ੋਨ, ਲਿਊਮੀਨਸ ਔਰ ਨॉन ਲਿਊਮੀਨਸ ਜ਼ੋਨ। ਅਗਰ ਅਸੀਂ ਕੈਂਡਲ ਤੇ ਆਪਾਂ ਸਲਾਈਡ ਕੋਈ ਲਈਏ, ਵਾਈਟ ਗਲਾਸ ਦੀ ਸਲਾਈਡ ਲਿੱਤੀ ਹੈ, ਤਾਂ ਅਗਰ ਅਸੀਂ ਇਹਨੂੰ ਲਿਊਮੀਨਸ ਜ਼ੋਨ ਦੇ ਵਿੱਚ ਜਲਾਵਾਂਗੇ ਤਾਂ ਤੁਸੀਂ ਦੇਖ ਰਹੇ ਹੋ ਇਹ ਬਲੈਕ ਕਲਰ ਦੇ ਜਿਹੜੇ ਹੈ ਰਿੰਗਸ ਆ ਜਾਣਗੇ। ਔਰ ਅਗਰ ਅਸੀਂ ਇਸ ਨੂੰ ਕਾਪਰ ਵਾਇਰ, ਅਗਰ ਅਸੀਂ ਇਹਨੂੰ ਨॉन ਲਿਊਮੀਨਸ ਜ਼ੋਨ ਦੇ ਵਿੱਚ ਗਰਮ ਕਰਾਂਗੇ ਤਾਂ ਇੱਥੇ ਰੈੱਡ ਕਲਰ ਦਾ ਜਿਹੜੀ ਹੈ ਸਾਡੀ ਵਾਇਰ ਹੈ ਉਹ ਹੋ ਜਾਏਗੀ, ਕਿਉਂਕਿ ਫਰਸਟ ਵਿੱਚ ਜੇ ਸੀਗੇ ਅਨਬਰਨਡ ਕਾਰਬਨ ਪਾਰਟੀਕਲ ਸੀਗੇ, ਕਿਉਂਕਿ ਲਿਊਮੀਨਸ ਜ਼ੋਨ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਤੇ ਨॉन ਲਿਊਮੀਨਸ ਜ਼ੋਨ ਦੇ ਵਿੱਚ ਜਿਹੜੀ ਹੈ ਉਹ ਆਪਾਂ ਅਗਰ ਗਰਮ ਕਰਾਂਗੇ ਤੇ ਉੱਥੇ ਬਲੈਕ ਜਿਹੜੀ ਹੈ ਨਹੀਂ ਹੋਏਗਾ, ਕਿਉਂਕਿ ਇਹ ਜਿਹੜੀ ਹੈ ਹਾਈ ਇਹਦੇ ਤੇ ਜਿਹੜਾ ਟੈਂਪਰੇਚਰ ਹੁੰਦਾ ਹੈ। ਦੇਖ ਰਹੇ ਹੋ ਤੁਸੀਂ ਹੋਟੈਸਟ, ਠੀਕ ਹੈ। ਗੋਲਡਸਮਿਥ ਯਾਨੀ ਕਿ ਸੁਨਿਆਰੇ ਵੀ ਬੱਚੋ ਆਊਟਰ ਮੋਸਟ ਜ਼ੋਨ ਦਾ ਇਸਤੇਮਾਲ ਕਰਦੇ ਨੇ ਆਪਣੇ ਗੋਲਡ ਔਰ ਸਿਲਵਰ ਨੂੰ ਬਣਾਉਣ ਵਾਸਤੇ, ਪਿਘਲਾਉਣ ਵਾਸਤੇ। ਫਿਊਲ ਕੀ ਹੈ? ਫਿਊਲ ਕਿਹਨੂੰ ਕਹਿੰਦੇ ਆ ਜਾਂ ਅੱਛਾ ਫਿਊਲ ਕੀ ਹੈ ਆਪਾਂ ਪੜ ਚੁੱਕੇ ਆ। ਜਿਹੜੀ ਚੀਜ਼ ਬਰਨ ਹੋ ਜਾਂਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ, ਫਿਊਲ ਕਹਿੰਦੇ ਆ। ਗੁੱਡ ਫਿਊਲ ਕੀ ਹੈ? ਗੁੱਡ ਫਿਊਲ ਉਹ ਹੈ ਜਿਹੜਾ ਸਾਨੂੰ ਈਜ਼ਲੀ ਅਵੇਲੇਬਲ ਹੋ ਜਾਏ, ਚੀਪ ਹੋਵੇ, ਸਸਤਾ ਹੋਵੇ ਔਰ ਹਵਾ ਦੇ ਵਿੱਚ ਜਲਦੀ ਦੇ ਨਾਲ ਉਹ ਬਰਨ ਹੋ ਜਾਏ ਔਰ ਜਦੋਂ ਬਲੇ ਤਾਂ ਬਹੁਤ ਸਾਰੀ ਹੀਟ ਪ੍ਰੋਡਿਊਸ ਕਰੇ ਤੇ ਪਿੱਛੇ ਕੋਈ ਵੀ ਸਬਸਟੈਂਸ, ਅਨਡਿਜ਼ਾਇਰੇਬਲ ਸਬਸਟੈਂਸ ਮੀਨ ਕੋਈ ਵੀ ਐਸ਼ ਵਗੈਰਾ ਜਿਹੜੀ ਹੈ ਉਹ ਨਾ ਬਚਾਏ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਆਈਡਲ ਫਿਊਲ। ਫਿਊਲ ਐਫੀਸ਼ੀਐਂਸੀ ਕੀ ਹੁੰਦੀ ਹੈ? ਉਹ ਫਿਊਲ ਜਿਹੜਾ ਕਿ ਜ਼ਿਆਦਾ ਕੈਲੋਰੀਫਿਕ ਵੈਲਿਊ ਦੇਵੇ, ਜ਼ਿਆਦਾ ਹੀਟ ਦੇਵੇ, ਉਸ ਨੂੰ ਆਪਾਂ ਕੈਲੋਰੀਫਿਕ ਵੈਲਿਊ ਕਹਿੰਦੇ ਆ। ਦੇਖੋ, the amount of heat energy produced on complete combustion of 1 kilogram of fuel is called its calorific value। ਕੈਲੋਰੀਫਿਕ ਵੈਲਿਊ ਨੂੰ ਆਪਾਂ ਕਿਹਦੇ ਵਿੱਚ ਐਕਸਪ੍ਰੈਸ ਕਰਦੇ ਹਾਂ? ਕਿਲੋ ਜੂਲ ਪਰ ਕਿਲੋਗ੍ਰਾਮ। ਇਹ ਸਾਡੇ ਕੋਲ ਕੁਝ ਟਾਈਪਸ ਨੇ ਫਿਊਲ ਦੀਆਂ। ਕੋਲ, ਵੁੱਡ, ਚਾਰਕੋਲ, ਕੈਰੋਸਿਨ ਆਇਲ, ਪੈਟਰੋਲ, ਡੀਜ਼ਲ। ਗੈਸਿਸ ਫਿਊਲ ਕਿਹੜੇ ਨੇ? ਨੈਚੁਰਲ ਗੈਸ, ਸੀਐਨਜੀ ਔਰ ਐਲਪੀਜੀ। ਇਹ ਕਿਹੜੀਆਂ ਨੇ? ਟਾਈਪਸ ਹੈਗੀਆਂ ਨੇ ਫਿਊਲਸ ਦੀਆਂ। ਔਰ ਇਹ ਜਿਹੜੇ ਫਿਊਲਸ ਦੀ ਕੈਲੋਰੀਫਿਕ ਵੈਲਿਊ ਸਾਨੂੰ ਦਿੱਤੀ ਹੋਈ ਹੈ ਕਿ 1 ਕਿਲੋਗ੍ਰਾਮ ਦੇ ਵਿੱਚ ਕਿੰਨੇ ਕਿਲੋ ਜੂਲ ਊਰਜਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਸਭ ਤੋਂ ਬੈਸਟ ਹੈ ਜੀ ਹਾਈਡਰੋਜਨ, ਫਿਰ ਸਾਡੇ ਕੋਲ ਹੈ ਐਲਪੀਜੀ, ਫਿਰ ਸੀਐਨਜੀ, ਫਿਰ ਬਾਕੀ ਜਿਹੜੀਆਂ ਨੇ 1 ਕਿਲੋਗ੍ਰਾਮ ਦੇ ਵਿੱਚ ਸਾਨੂੰ ਦਿੰਦੇ ਨੇ। ਬਰਨਿੰਗ ਆਫ ਫਿਊਲਸ ਲੀਡਸ ਟੂ ਹਾਰਮਫੁਲ ਪ੍ਰੋਡਕਟ। ਜਦੋਂ ਕੋਈ ਚੀਜ਼ ਬਲਦੀ ਹੈ ਤਾਂ ਕੀ ਪੈਦਾ ਹੁੰਦੇ ਨੇ? ਹਾਰਮਫੁਲ ਪ੍ਰੋਡਕਟਸ ਬਣਦੇ ਨੇ। ਜੇ ਅਗਰ ਇਸ ਕਾਰਬਨ ਨੂੰ ਅਸੀਂ ਜਲਾਉਂਦੇ ਹਾਂ ਤਾਂ ਵੁੱਡ, ਕੋਲ, ਪੈਟਰੋਲੀਅਮ ਇਹ ਕੀ ਦਿੰਦੇ ਨੇ? ਅਨਬਰਨਡ ਕਾਰਬਨ ਜਿਹੜੇ ਆ ਪਾਰਟੀਕਲਸ ਦਿੰਦੇ ਹਨ ਔਰ ਇਹਦੇ ਨਾਲ ਪੋਲਿਊਸ਼ਨ ਹੁੰਦੀ ਹੈ ਔਰ ਕਿਹੜੀਆਂ ਡਿਜ਼ੀਜ਼ਸ ਹੋ ਜਾਂਦੀਆਂ ਨੇ? ਰੈਸਪੀਰੇਟਰੀ, ਸਾਹ ਦੀਆਂ ਤੇ ਅਸਥਮਾ ਵਰਗੀ ਬਿਮਾਰੀ ਹੋ ਜਾਂਦੀ ਹੈ। ਇਨਕੰਪਲੀਟ ਕੰਬਸਸ਼ਨ ਹੋਵੇ ਤਾਂ ਪੂਰੀ ਤਰ੍ਹਾਂ ਬਾਲਣ ਨਾ ਬਲੇ ਤਾਂ ਕਿਹੜੀ ਗੈਸ ਪ੍ਰੋਡਿਊਸ ਹੁੰਦੀ ਹੈ? ਕਾਰਬਨ ਮੋਨੋਆਕਸਾਈਡ, ਜਿਹੜੀ ਕਿ ਬਹੁਤ ਪੋਇਜ਼ਨਸ ਗੈਸ ਹੈ। ਔਰ ਇਹਦੇ ਨਾਲ ਅਗਰ ਅਸੀਂ ਸਪੋਜ਼ ਕੋਇਲਾ ਜਲਾ ਕੇ, ਅੰਗੀਠੀ ਜਲਾ ਕੇ ਅਸੀਂ ਰਾਤ ਨੂੰ ਸੋ ਜਾਈਏ ਦਰਵਾਜ਼ੇ ਬੰਦ ਕਰਕੇ ਤਾਂ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ ਤਾਂ ਬੰਦੇ ਦੀ ਸੁੱਤੇ ਪਏ ਹੀ ਜਿਹੜੀ ਹੈ ਡੈਥ ਹੋ ਜਾਂਦੀ ਹੈ। ਬਹੁਤ ਸਾਰੇ ਜਿਹੜੇ ਫਿਊਲਸ ਨੇ ਉਹ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰਦੇ ਨੇ, ਜਿਹਦੇ ਨਾਲ ਕੀ ਰਿਜ਼ਲਟ ਹੁੰਦਾ ਹੈ? ਗਲੋਬਲ ਵਾਰਮਿੰਗ ਹੋ ਜਾਂਦੀ ਹੈ। ਗਲੋਬਲ ਵਾਰਮਿੰਗ ਨਾਲ ਐਟਮੋਸਫੇਅਰ ਦਾ ਜਿਹੜਾ ਟੈਂਪਰੇਚਰ ਆ ਉਹ ਵੱਧ ਜਾਂਦਾ ਹੈ। ਗਲੇਸ਼ੀਅਰ ਜਿਹੜੇ ਨੇ ਪਿਘਲ ਜਾਣਗੇ ਇਹਦੇ ਨਤੀਜੇ ਵਜੋਂ ਔਰ ਸੀ ਲੈਵਲ ਜਿਹੜਾ ਹੈ ਉਹ ਵੀ ਰਾਈਜ਼ ਹੋ ਜਾਏਗਾ। ਜਦੋਂ ਕੋਲ ਔਰ ਡੀਜ਼ਲ ਜਲਦੇ ਨੇ ਤਾਂ ਕਿਹੜੀ ਗੈਸ ਪ੍ਰੋਡਿਊਸ ਹੁੰਦੀ ਹੈ? ਸਲਫਰ ਡਾਈਆਕਸਾਈਡ ਗੈਸ ਪ੍ਰੋਡਿਊਸ ਹੁੰਦੀ ਹੈ, ਜਿਹੜੀ ਕਿ ਸਫੋਕੇਟਿੰਗ ਹੈ, ਜਿਹਦੇ ਨਾਲ ਸਾਡਾ ਸਾਹ ਘੁੱਟਦਾ ਹੈ ਔਰ ਕੋਰੋਸਿਵ ਗੈਸ ਹੈ। ਔਰ ਆਕਸਾਈਡ ਜਿਹੜੇ ਨੇ ਸਲਫਰ ਤੇ ਨਾਈਟ੍ਰੋਜਨ ਦੇ ਜਦੋਂ ਮਿਲਦੇ ਨੇ
ਰੇਨ ਵਾਟਰ ਦੇ ਨਾਲ ਤਾਂ ਉਹ ਕੀ ਬਣਾ ਦਿੰਦੇ ਨੇ ਐਸਿਡ ਤੇ ਉਸ ਨੂੰ ਆਪਾਂ ਕੀ ਕਹਿੰਦੇ ਆ ਐਸਿਡ ਰੇਨ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਔਰ CNG ਦਾ ਫੁੱਲ ਫਾਰਮਸ ਕੰਪਰੈਸਡ ਨੈਚੁਰਲ ਗੈਸ CNG ਵਿੱਚ ਇੱਕ ਕਲੀਨਰ ਫਿਊਲ ਹੈ ਸੋ ਇੱਥੇ ਸਾਡਾ ਚੈਪਟਰ ਕੰਪਲੀਟ ਹੁੰਦਾ ਹੈ ਕੁਝ ਫਰਸਟ ਕੁਐਸਚਨ ਲਿਸਟ ਕੰਡੀਸ਼ਨ ਅੰਡਰ ਵਿਚ ਕੰਬਸਸ਼ਨ ਟੇਕਸ ਪਲੇਸ ਮੈਂ ਦੱਸਿਆ ਸੀਗਾ ਕਿ ਬਲਨ ਵਾਸਤੇ ਕਿਹੜੀਆਂ ਤਿੰਨ ਚੀਜ਼ਾਂ ਦੀ ਲੋੜ ਹੈ ਬੇਟਾ ਜੀ ਟ੍ਰਾਇੰਗਲ ਫਾਇਰ ਟ੍ਰਾਇੰਗਲ ਫਿਊਲ 에ਅਰ ਇਗਨੀਸ਼ਨ ਟੈਂਪਰੇਚਰ ਨੈਕਸਟ ਆ ਗਿਆ ਬਲੈਂਕਸ ਬਰਨਿੰਗ ਆਫ ਵੁੱਡ ਐਂਡ ਕੋਲ ਕਾਜ਼es ਡੈਸ਼ ਆਫ 에ਅਰ ਕੋਇਲਾ ਔਰ ਲੱਕੜੀ ਜਲਣ ਦੇ ਨਾਲ ਕੀ ਹੁੰਦੀ ਹੈ ਪੋਲਿਊਸ਼ਨ ਲਿਕੁਇਡ ਫਿਊਲ ਯੂਜ਼ਡ ਇਨ ਹੋਮ ਇਜ਼ ਕਿਹੜਾ ਘਰਾਂ ਦੇ ਵਿੱਚ ਅਸੀਂ ਲਿਕੁਇਡ ਫਿਊਲ ਯੂਜ਼ ਕਰਦੇ ਆ ਉਹਦਾ ਨਾਮ ਹੈ LPG ਲਿਕੁਇਫਾਈਡ ਪੈਟਰੋਲੀਅਮ ਗੈਸ fuel must be heated to its dash before it start burning ਤਾਂ ਕਿਹਦੀ ਲੋੜ ਹੁੰਦੀ ਹੈ ignition temperature ਦੀ fire produced by oil cannot be controlled by water ਜਿਹੜੀ ਅੱਗ ਤੇਲ ਦੇ ਨਾਲ ਲੱਗੀ ਹੈ ਸਾਨੂੰ ਉਹਨੂੰ ਪਾਣੀ ਦੇ ਨਾਲ ਨਹੀਂ ਬੁਝਾਉਣਾ ਚਾਹੀਦਾ next ਹੈ how the use of CNG in automobile has reduced pollution in our cities CNG ਆਪਾਂ ਪੜ੍ਹ ਕੇ ਆਏ ਆ कि एक क्लीन फ्यूल है और ये जिहड़ी है क्लीन फ्यूल है और ये कोई कार्बन मोनोऑक्साइड गैस वगैरह प्रोड्यूस नहीं करता ते बहुत ही लैस क्वांटिटी दे विच प्रोडक्ट्स जिहड़े आ फॉर्म करता है सो सानू अपने शहरां दे विच जिन्ने भी ऑटोमोबाइल्स है उन्हां दे विच काहदा इस्तेमाल करना चाहिए है CNG गैस का कंपेयर LPG एंड वुड एज फ्यूल LPG ते वुड दे विच डिफरेंस पता करो वुड ਜਿਹੜਾ ਬੱਚੋ ਜੀ ਟ੍ਰੈਡੀਸ਼ਨਲ ਫਿਊਲ ਹੈ ਠੀਕ ਹੈ ਅਸੀਂ ਇਹਨੂੰ ਘਰਾਂ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਯੂਜ਼ ਕਰਦੇ ਆ ਪਰ ਜਦੋਂ LPG ਜਲਦਾ ਹੈ ਵੁਡ ਜਲਦੀ ਹੈ ਤਾਂ ਕੀ ਪੈਦਾ ਹੁੰਦਾ ਹੈ ਧੂਆਂ ਪੈਦਾ ਹੁੰਦਾ ਹੈ ਜਿਹਦੇ ਨਾਲ ਸਾਨੂੰ ਕੀ ਹੋ ਸਕਦੀਆਂ ਨੇ ਸਾਰੀਆਂ ਬਿਮਾਰੀਆਂ ਰੈਸਪੀਰੇਟਰੀ ਪ੍ਰੋਬਲਮ ਹੋ ਸਕਦੀਆਂ ਦੂਸਰਾ ਅਸੀਂ ਵੁਡ ਨੂੰ ਟਰੀਜ਼ ਤੋਂ ਪਤਾ ਲੈਂਦੇ ਆ ਜਦੋਂ ਅਸੀਂ ਵੁੱਡ ਜਲਾਵਾਂਗੇ ਤਾਂ ਸਾਨੂੰ ਕੀ ਕਰਨੇ ਪੈਣਗੇ ਜੰਗਲ ਕੱਟਣੇ ਪੈਣਗੇ ਸੋ ਸਾਨੂੰ ਵੁੱਡ ਨੂੰ ਜਿਹੜਾ ਹੈ ਥੋੜਾ ਅਵੋਇਡ ਕਰਨਾ ਚਾਹੀਦਾ ਹੈ LPG ਜਿਹੜੀ ਹੈ ਉਹ ਲਿਕੁਇਫਾਈਡ ਪੈਟਰੋਲੀਅਮ ਗੈਸ ਹੈ ਇਹ ਜਿਹੜੀ ਹੈ ਧੂਆਂ ਨਹੀਂ ਦਿੰਦੀ ਔਰ ਇਹ ਕਲੀਨਰ ਫਿਊਲ ਹੈ ਅਸੀਂ ਪੜ੍ਹ ਕੇ ਆਏ ਹਾਂ ਕਿ ਇਹਨਾਂ ਦੀ ਕੈਲੋਰੀਫਿਕ ਵੈਲਿਊ ਕਿੰਨੀ ਹੈ 50,000 ਕਿਲੋ ਜੂਲ ਪਰ ਕਿਲੋਗ੍ਰਾਮ जबकि वुड की जिहड़ी कैलोरीफिक वैल्यू है वो 17,000 तो लैके 22,000 तक है सो ये जिहड़ी है हीट जिहड़ी है घट दिंदी है इस करके LPG एक वधिया फ्यूल है नेक्स्ट गिव रीजन वाटर इज नॉट यूज्ड टू कंट्रोल फायर्स इन्वॉल्विंग इलैक्ट्रिकल इक्विपमेंट्स ਅਸੀਂ पढ़ के आए हैं कि पानी नूं बिजली दे नाल लगी हुई अग नाल क्यों नहीं बुझाना चाहिए क्योंकि वाटर की है गुड कंडक्टर ऑफ इलैक्ट्रिसिटी अगर ਅਸੀਂ ਇਹਦਾ ਇਸਤੇਮਾਲ ਕਰਾਂਗੇ ਤਾਂ ਸਾਨੂੰ ਖੁਦ ਨੂੰ ਸ਼ੌਕ ਲੱਗ ਸਕਦਾ ਹੈ ਤੇ ਸਾਡੀ ਡੈਥ ਵੀ ਹੋ ਸਕਦੀ ਹੈ LPG is better domestic fuel than wood ਕਿਉਂ ਬੈਟਰ ਹੈ ਬੇਟਾ ਜੀ ਇੱਕ ਤਾਂ LPG ਨੂੰ ਸਟੋਰ ਕਰਨਾ ਸੌਖਾ ਹੈ ਠੀਕ ਹੈ ਇਹਦੇ ਵਿੱਚ ਨਾ ਇਹ ਧੂਆਂ ਦਿੰਦਾ ਹੈ ਨਾ ਅਨਬਰਨ ਕਾਰਬਨ ਪਾਰਟੀਕਲਸ ਦਿੰਦਾ ਹੈ ਤੁਸੀਂ ਦੇਖਿਆ ਕਿ ਜਦੋਂ ਤੁਸੀਂ ਘਰ ਦੇ ਚੁੱਲ੍ਹੇ ਤੇ LPG ਸਿਲੰਡਰ ਤੇ ਗੈਸ ਬਾਲ ਕੇ ਤੁਸੀਂ ਖਾਣਾ ਪਕਾਉਂਦੇ ਹੋ ਕਿ ਤੁਹਾਡੇ ਬਰਤਨ ਕਾਲੇ ਹੁੰਦੇ ਹਨ ਨਹੀਂ ਹੁੰਦੇ ਜਦ ਕਿ ਤੁਸੀਂ ਲੱਕੜਾਂ ਤੇ ਅਗਰ ਬਰਤਨ ਕੋਈ ਰੱਖਦੇ ਹੋ ਤਾਂ ਤੁਸੀਂ ਦੇਖੋਗੇ ਇੱਕ ਤਾਂ ਬਰਤਨ ਕਾਲੇ ਹੋ ਜਾਂਦੇ ਹਨ ਕਿਉਂਕਿ ਉੱਥੇ ਅਨਬਰਨ ਜਿਹੜੇ ਕਾਰਬਨ ਪਾਰਟੀਕਲਸ ਹੁੰਦੇ ਨੇ ਪਲੱਸ ਧੂਆਂ ਹੁੰਦਾ ਹੈ ਇਸ ਕਰਕੇ LPG ਇੱਕ ਵਧੀਆ ਡੋਮੈਸਟਿਕ ਫਿਊਲ ਹੈ ਪੇਪਰ ਬਾਈ ਇਟਸੈਲਫ ਕੈਚਸ ਵਾਇਰ ਈਜ਼ਲੀ whereas a piece of paper wrapped around an aluminium pipe does not ਪੇਪਰ ਨੂੰ ਅੱਗ ਲੱਗ ਜਾਂਦੀ ਹੈ ਅਗਰ ਅਸੀਂ ਉਹੀ ਪੇਪਰ ਦਾ ਪੀਸ ਇੱਕ ਐਲੂਮੀਨੀਅਮ ਦੇ ਨਾਲ ਕਰੀਏ ਤਾਂ ਉਹਨੂੰ ਅੱਗ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਕਿਉਂਕਿ ਐਲੂਮੀਨੀਅਮ ਕੀ ਹੈ ਬੱਚੋ ਮੈਟਲ ਸੋ ਗੁੱਡ ਕੰਡਕਟਰ ਹੈ ਇਲੈਕਟ੍ਰਿਸਿਟੀ ਦਾ ਗੁੱਡ ਕੰਡਕਟਰ ਹੈ ਹੀਟ ਦਾ ਇਸ ਕਰਕੇ ਜਿਹੜੀ ਹੀਟ ਟ੍ਰਾਂਸਫਰ ਹੁੰਦੀ ਹੈ ਪੇਪਰ ਤੋਂ ਮੈਟਲ ਵੱਲ ਤਾਂ ਪੇਪਰ ਨੂੰ ਜਿਹੜੀ ਹੈ ਪੇਪਰ ਉਹਦਾ ਇਗਨੀਸ਼ਨ ਟੈਂਪਰੇਚਰ ਨਹੀਂ ਅਟੇਨ ਕਰ ਪਾਉਂਦਾ ਇਸ ਕਰਕੇ ਉਹਨੂੰ ਅੱਗ ਜਿਹੜੀ ਹੈ ਨਹੀਂ ਲੱਗਦੀ ਇੱਕ ਲੇਬਲ ਡਾਇਗਰਾਮ ਤੁਸੀਂ ਬਣਾਉਣਾ ਹੈ parts of flame ਦਾ next ਹੈ name the unit in which calorific value of a fuel is expressed ਅਸੀਂ ਪੜਿਆ ਹੈ ਕਿਲੋ ਜੂਲ ਪਰ ਕਿਲੋਗ੍ਰਾਮ
ਨੈਕਸਟ ਹਾਊ CO2 ਇਜ਼ ਏਬਲ ਟੂ ਕੰਟਰੋਲ ਫਾਇਰ, ਕਾਰਬਨ ਡਾਈਆਕਸਾਈਡ ਕਿਸ ਤਰ੍ਹਾਂ ਜਿਹੜੀ ਹੈ ਅੱਗ ਨੂੰ ਬੁਝਾ ਦਿੰਦੀ ਹੈ। ਆਪਾਂ ਪੜ੍ਹਿਆ ਕਿ ਇੱਕ ਤਾਂ ਇਹ ਨॉन ਕੰਬਸਟੀਬਲ ਗੈਸ ਹੈ, ਇਹਨੂੰ ਅੱਗ ਨਹੀਂ ਲੱਗਦੀ, ਇਸ ਕਰਕੇ ਇਹ ਅੱਗ ਬੁਝਾਉਂਦੀ ਹੈ। ਔਰ ਇਹ ਕੀ ਹੈ, ਆਕਸੀਜਨ ਤੋਂ ਕੀ ਹੈ, ਹੈਵੀ, ਜਿਸ ਕਰਕੇ ਕਿਹਦਾ ਕੰਮ ਕਰਦੀ ਹੈ, ਬਲੈਂਕਟ ਦਾ, ਤੇ ਆਕਸੀਜਨ ਨੂੰ ਆਉਣ ਨਹੀਂ ਦਿੰਦੀ ਤੇ ਜਿਸ ਨਾਲ ਜਿਹੜੀ ਹੈ ਅੱਗ ਬੁਝ ਜਾਂਦੀ ਹੈ। ਅਗਰ ਅਸੀਂ ਸਿਲੰਡਰਾਂ ਦੇ ਵਿੱਚ ਇਹਨੂੰ ਲਿਕੁਇਡ ਫਾਰਮ ਦੇ ਵਿੱਚ ਪਾਈਏ ਤਾਂ ਇੱਕਦਮ ਨਿਕਲ ਕੇ ਇਹ ਫਿਊਲ ਦੇ ਟੈਂਪਰੇਚਰ ਨੂੰ ਡਾਊਨ ਕਰਦੀ ਹੈ ਤੇ ਅੱਗ ਨੂੰ ਬੁਝਾ ਦਿੰਦੀ ਹੈ। Is it difficult to burn a heap of green leaves but dry leaves catch fire easily explain? ਕਹਿੰਦਾ ਇੱਕ ਮੁਸ਼ਕਿਲ ਹੈ ਹਰ ਬਹੁਤ ਸਾਰੇ ਗ੍ਰੀਨ ਪੱਤਿਆਂ ਦਾ ਅਗਰ ਢੇਰ ਹੋਵੇ ਤੇ ਇੱਕ ਪਾਸੇ ਸੁੱਕੇ ਪੱਤਿਆਂ ਦਾ ਢੇਰ ਹੋਵੇ ਤਾਂ ਕਿੰਨੂੰ ਅੱਗ ਲਗਾਣੀ ਮੁਸ਼ਕਿਲ ਹੈ। ਤਾਂ ਬੱਚੋ ਗ੍ਰੀਨ ਲੀਵਸ ਨੂੰ, ਕਿਉਂਕਿ ਗ੍ਰੀਨ ਲੀਵਸ ਦੇ ਵਿੱਚ ਕੀ ਹੈ, ਮੋਇਸਚਰ, ਗਿੱਲੇ ਨੇ, ਪਾਣੀ ਹੈ, ਇਸ ਕਰਕੇ ਉਹਨਾਂ ਨੂੰ ਅੱਗ ਨਹੀਂ ਲੱਗਦੀ। ਤੇ ਸੁੱਕੇ ਪੱਤੇ ਜਿਹੜੇ ਆ ਉਹਨਾਂ 'ਚ ਮੋਇਸਚਰ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। Which zone of a flame does a goldsmith use for melting gold and silver and why? ਜਿਹੜਾ ਸੁਨਿਆਰਾ ਹੈ ਉਹ ਕਿਹੜਾ ਫਲੇਮ ਦਾ ਇਸਤੇਮਾਲ ਕਰਦਾ ਹੈ ਗੋਲਡ ਤੇ ਸੋਨੇ ਤੇ ਚਾਂਦੀ ਨੂੰ ਪਿਘਲਾਉਣ ਵਾਸਤੇ। ਆਪਾਂ ਪੜਿਆ ਹੈ ਆਊਟਰ ਮੋਸਟ ਪਾਰਟ, ਕਿਉਂਕਿ ਇਹ ਸਭ ਤੋਂ ਜਿਹੜਾ ਹੈ ਗਰਮ ਪਾਰਟ ਹੈ ਔਰ ਇਹਦੇ ਵਿੱਚ ਜਿਹੜੀ ਕੰਬਸਸ਼ਨ ਹੈ ਉਹ ਵੀ ਕੰਪਲੀਟ ਹੁੰਦੀ ਹੈ। ਨੈਕਸਟ ਹੈ ਇਨ experiment 4.5 kg of fuel was completely burned. The heat produced was used to measure 180,000 kilojoule. Calculate the calorific value. The formula है जी बच्चों, मान ਇਹਨਾਂ ਨੂੰ ਆਪਾਂ ਡਿਵਾਈਡ ਕਰਕੇ ਸਾਡੇ ਕੋਲ ਆਨਸਰ ਆ ਜਾਂਦਾ ਜੀ 40,000 ਕਿਲੋ ਜੂਲ। So calorific value ਸਾਡੇ ਕੋਲ ਇੰਨੀ ਆ ਗਈ। Next, can the process of rusting be called combustion? ਕੀ ਤੁਸੀਂ ਜੰਗਾਲ ਦੇ ਲੱਗਣ ਨੂੰ combustion ਕਹਿ ਸਕਦੇ ਹੋ? combustion ਕੀ ਹੈ ਬੱਚਿਓ? combustion ਆਪਾਂ ਪੜਿਆ ਕਿ chemical process ਹੈ। ਜਦੋਂ substance ਕੋਈ react ਕਰਦਾ ਆਕਸੀਜਨ ਨਾਲ એનર્ਜੀ ਦਿੰਦਾ ਹੈ, ਕਿਹੜੀ ਫਾਰਮ ਦੇ ਵਿੱਚ, ਹੀਟ ਜਾਂ ਲਾਈਟ। ਪਰ ਰਸਟਿੰਗ ਆਫ ਆਇਰਨ ਕੀ ਹੈ? ਇੱਕ ਐਕਸੋਥਰਮਿਕ ਪ੍ਰੋਸੈਸ ਹੈ ਜਿਹੜਾ ਕਿ ਹੀਟ ਰਿਲੀਜ਼ ਕਰਦਾ ਹੈ ਰਸਟਿੰਗ ਦੀ। ਸੋ ਇਟ ਇਜ਼ ਅ ਕਾਈਂਡ ਆਫ ਸਲੋ ਕੰਬਸਸ਼ਨ, ਇਸ ਕਰਕੇ ਇਹਨੂੰ ਅਸੀਂ ਇੱਕ ਸਲੋ ਕੰਬਸਸ਼ਨ ਕਹਿ ਸਕਦੇ ਹਾਂ। Abhida Ramesh were doing an experiment in which water was to be heated in a beaker. Abhida kept the beaker near the wick in the yellow part of the candle flame. Abhida ਤੇ ਰਮੇਸ਼ ਇੱਕ ਐਕਸਪੈਰੀਮੈਂਟ ਕਰਦੇ ਕਿ ਅਬਿਦਾ ਨੇ ਬੀਕਰ ਨੂੰ ਕੈਂਡਲ ਦੀ ਫਲੇਮ ਤੇ ਕਿਹੜੇ ਪਾਰਟ ਤੇ ਰੱਖਿਆ? ਯੈਲੋ ਪਾਰਟ ਤੇ ਰਮੇਸ਼ ਨੇ ਕਿੱਥੇ ਰੱਖਿਆ? ਆਊਟਰ ਮੋਸਟ ਪਾਰਟ ਤੇ। ਤਾਂ ਤੁਸੀਂ ਦੱਸੋ whose water will get heated in shorter time? ਸਭ ਤੋਂ ਪਹਿਲਾਂ ਘੱਟ ਸਮੇਂ ਦੇ ਵਿੱਚ ਕਿਹਦਾ ਪਾਣੀ ਜਿਹੜਾ ਹੈ ਉਹ ਜਲਦੀ ਗਰਮ ਹੋਏਗਾ? ਰਮੇਸ਼ ਨੇ ਦਾ ਜਿਹੜਾ ਹੈ ਉਹ ਸਭ ਤੋਂ ਘੱਟ ਟਾਈਮ ਦੇ ਵਿੱਚ ਗਰਮ ਹੋਏਗਾ, ਕਿਉਂਕਿ ਉਸਨੇ ਕਿੱਥੇ ਰੱਖਿਆ ਹੈ? ਆਊਟਰ ਮੋਸਟ ਪਾਰਟ ਦੇ ਵਿੱਚ। ਤੇ ਆਊਟਰ ਮੋਸਟ ਪਾਰਟ ਕਿਹੜਾ ਹੈ? ਹੋਟੈਸਟ ਜ਼ੋਨ ਹੈ। ਹੋਟੈਸਟ ਜ਼ੋਨ ਹੈ, ਜਦ ਕਿ ਯੈਲੋ ਜ਼ੋਨ ਜਿਹੜਾ ਹੈ ਉਹ ਲੈਸ ਹੌਟ ਹੈ ਤੇ ਉਹਦਾ ਪਾਣੀ ਸਭ ਤੋਂ ਬਾਅਦ ਦੇ ਵਿੱਚ ਗਰਮ ਹੋਏਗਾ। ਹੋਪ ਬੱਚਿਓ ਤੁਹਾਨੂੰ ਲੈਸਨ ਜਿਹੜਾ ਹੈ ਸਮਝ ਆ ਗਿਆ ਹੋਏਗਾ। ਥੈਂਕ ਯੂ।